ਹੂੰ, 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 ਹੂੰ। ਤੇ ਕੋਈ ਇਹਦੇ ਬਾਰੇ ਸਟੱਡੀਜ਼ ਦੀ ਜਿਸ ਤਰ੍ਹਾਂ ਕੋਈ ਹਾਂ ਹਾਂ ਬਿਲਕੁਲ। ਅੱਜ ਕੱਲ੍ਹ ਤਾਂ ਜਿਹੜੀ ਬਹੁਤ ਚਰਚਾ 'ਚ ਸਟੱਡੀ ਇੱਕ ਆਪਣੇ ਕ੍ਰਿਡ ਜਿਹੜਾ ਚੰਡੀਗੜ੍ਹ ਬੇਸਡ ਬੜਾ ਨਾਰਥ ਇੰਡੀਆ ਦਾ ਬੜਾ ਪ੍ਰੀਮੀਅਰ ਰਿਸਰਚ ਇੰਸਟੀਟਿਊਸ਼ਨ ਆ, ਉਹਦੀ ਸਟੱਡੀ ਆ। ਉਹ ਹਾਲਾਂਕਿ ਮੇਰੀ ਰਸਾਈ ਨਹੀਂ ਹੋ ਸਕੀ ਉਸ ਸਟੱਡੀ ਤੱਕ, ਪਰ ਉਹਦੇ ਬਾਰੇ ਜੋ ਰਿਪੋਰਟਾਂ 'ਚ ਆਇਆ ਵੇਖਣ ਨੂੰ ਆਇਆ ਕਿ ਉਹ ਲਗਭਗ ਨਤੀਜੇ ਉਹੀ ਜਿਹੜੇ ਨਾ ਆਪਾਂ ਜਿਹੜੇ ਬਹੁਤੇ ਕਹਿ ਲਓ ਕਿ ਜਿਹੜੇ ਬੰਦੇ ਇਸ ਚੀਜ਼ ਨਾਲ ਜੁੜੇ ਰਹੇ ਉਹ ਜਾਣਦੇ ਨੇ। ਇਸ ਤੋਂ ਪਹਿਲਾਂ ਇੱਕ ਕਰਮ ਸਿੰਘ ਹੋਰਾਂ ਦੀ ਸਟੱਡੀ ਆਈ ਸੀ ਕਾਫੀ ਸਾਲ ਪਹਿਲਾਂ, ਲਾਈਕ ਮੈਨੂੰ ਐਗਜ਼ੈਕਟ ਸਾਲ ਨਹੀਂ ਯਾਦ, 2011-12 ਦੀ। ਉਹਨਾਂ ਨੇ ਤਾਂ ਜਗਦੀਪ ਇਸ ਨੂੰ ਬੜੀ ਲਾਈਕ ਡਿਟੇਲ 'ਚ ਦੱਸਿਆ ਸੀ ਕਿ ਇਹ ਜਿਹੜੀ ਇੱਕ ਜਮਾਤੀ ਪਾੜਾ ਵਾ ਸਬਸਿਡੀਆਂ ਦਾ, ਉਹ ਕਿੱਡਾ ਵੱਡਾ ਵਾ। ਕਿ ਔਰ ਇਹ ਆਪਾਂ ਇਹਦੇ ਬਾਰੇ ਨਾ ਥੋੜੀ ਜਿਹੀ ਵਿਸਤਾਰ 'ਚ ਗੱਲ ਕਰਾਂਗੇ ਕਿ ਇਹ ਸਭ ਤੋਂ ਜਿਹੜੀ ਵੱਡੀ ਗੱਲ ਕਿ ਕਿਸਾਨ, ਇੱਕ ਛੋਟੇ ਕਿਸਾਨ ਦੇ ਨਾਂ ਤੇ ਜਿਹੜੀ ਆ ਸਬਸਿਡੀ ਲਈ ਜਾਂਦੀ ਆ। ਠੀਕ ਹੈ। ਔਰ ਇਹਦਾ ਜਿਹੜਾ ਫਾਇਦਾ ਉਹਨਾਂ ਦੀ ਜਿਹੜੀਆਂ ਰਿਸਰਚ ਪੇਪਰ ਦੀਆਂ ਫਿਗਰ ਸੀ ਉਹ ਇਹ ਸੀ ਕਿ ਛੋਟੇ ਕਿਸਾਨ ਨੂੰ, ਵੱਡੇ ਕਿਸਾਨ ਨੂੰ ਜਿਹੜਾ ਸਬਸਿਡੀ ਦਾ 40 ਗੁਣਾ ਵੱਧ ਫਾਇਦਾ ਹੁੰਦਾ ਛੋਟੇ ਕਿਸਾਨ ਤੋਂ। ਕਿ ਜਿਹਦੇ ਨਾਂ ਤੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ ਉਹਨੂੰ ਓਨਾ ਵੱਡਾ ਫਾਇਦਾ ਨਹੀਂ ਆ, ਪਰ ਇਹਦੀ ਜਿਹੜੀ ਇੱਕ ਖਾਸ ਵਰਗ ਆ ਉਹਦੇ 'ਚ ਵੀ ਜਿਹੜਾ ਜਿਹਨੂੰ ਕਹੋ ਰਿਸੋਰਸਫੁਲ ਵਰਗ ਆ, ਜਿਹੜਾ ਵੱਡੀ ਕਿਸਾਨੀ ਵਾਲਾ ਵਾ, ਉਹਨੂੰ ਉਹਦੇ ਤੋਂ ਕਿਤੇ ਵੱਧ ਫਾਇਦਾ ਹੁੰਦਾ। ਇਹ 9,000 ਕਰੋੜ ਦੀ ਜਿਹੜੀ ਸਬਸਿਡੀ ਹੈ ਨਾ, ਜੇ ਜਗਦੀਪ ਇਹਨੂੰ ਕੈਲਕੂਲੇਟ ਕਰੋ ਤਾਂ ਕੋਈ ਪੰਜਾਬ 'ਚ 14 ਲੱਖ ਦੇ ਕਰੀਬ, 14,39,000 ਸ਼ਾਇਦ ਅੰਕੜਾ ਵਾ ਪੰਜਾਬ ਜਿਹੜੇ ਟਿਊਬਵੈਲ ਆ। ਤੇ ਇਹਦੇ 'ਚ ਕੋਈ 13.5 ਲੱਖ ਜਿਹੜੇ ਨੇ ਉਹ ਚੱਲਦੇ ਆ ਇਲੈਕਟ੍ਰਿਸਿਟੀ ਤੇ। ਇਹਨਾਂ ਜੇ ਤੁਸੀਂ ਇੱਕ ਟਿਊਬਵੈਲ ਦਾ ਖਰਚਾ ਕੱਢੋ ਤੇ 61,000 ਰੁਪਏ ਦਾ ਸਾਲਾਨਾ ਜਿਹੜਾ ਉਹ ਇੱਕ ਟਿਊਬਵੈਲ ਨੂੰ ਸਬਸਿਡੀ ਮਿਲਦੀ ਹੈ। ਤੇ ਇਹਦੇ ਅੰਕੜੇ ਜਿਹੜੇ ਆ, ਇਸ ਤੋਂ ਬਾਅਦ ਇੱਕ ਹੋਰ ਵੀ ਸਰਦਾਰ ਰਣਜੀਤ ਸਿੰਘ ਘੁੰਮਣ ਹੋਰਾਂ ਦੀ, ਬੜੇ ਵੱਡੇ ਇਕੋਨੋਮਿਸਟ ਨੇ ਉਹ ਵੀ ਪੰਜਾਬ ਦੇ, ਪੰਜਾਬੀ ਯੂਨੀਵਰਸਿਟੀ, ਅੱਜ ਕੱਲ੍ਹ ਕ੍ਰਿਡ ਨਾਲ ਕੰਮ ਕਰ ਰਹੇ ਨੇ। ਉਹਨਾਂ ਦੀ ਕਿਤਾਬ ਆਈ ਆ ਪਿੱਛੇ ਜੇ, ਉਹ ਕਿਤਾਬ ਹੈਗੀ ਆ ਅਮਰਜਿੰਗ ਵਾਟਰ ਇਨਸਿਕਿਉਰਿਟੀ ਇਨ ਇੰਡੀਆ। ਤੇ ਉਹਦੇ 'ਚ ਵੀ ਉਹਨਾਂ ਨੇ ਲਗਭਗ ਇਹੀ, ਸੋ ਸਾਡੇ ਕੋਲ ਨਾ 2-3-4 ਸਟੱਡੀਜ਼ ਨੇ ਜਿਹੜੀਆਂ ਲਗਭਗ ਇੱਕ ਹੀ ਚੀਜ਼ ਵੱਲ ਇਸ਼ਾਰਾ ਕਰਦੀਆਂ। ਇੱਕ ਤਾਂ ਉਹਦੇ 'ਚ ਜਿਹੜਾ ਬਰੋਡ ਇਹ ਆ ਕਿ ਉਹ ਸਬਸਿਡੀ ਜਿਹੜੀ ਆ ਉਹ ਲਈ ਛੋਟੇ ਕਿਸਾਨ ਦੇ ਨਾਂ ਤੇ ਜਾਂਦੀ ਆ, ਕਿਉਂਕਿ ਕਿਹਾ ਤਾਂ ਇਹੀ ਜਾਂਦਾ ਨਾ ਕਿ ਕਿਸਾਨੀ ਜਿਹੜੀ ਆ ਉਹ ਮਤਲਬ ਸਟੇਨ ਥੱਲੇ ਆ ਤੇ ਉਹਨੂੰ ਜਿਹੜੀ ਮਦਦ ਦੀ ਲੋੜ ਆ, ਤੇ ਉਹਦੀ ਜਿਹੜੀ ਅਸਲ ਜਿਹੜੇ ਬੈਨੀਫਿਸ਼ਰੀ ਆ ਉਹ ਹੋਰ ਆ। ਔਰ ਇਹਦਾ ਜਿਹੜਾ ਬਹੁਤ ਨਾਕਸ, ਅਪਾਰਟ ਫਰੋਮ ਇਨਵਾਇਰਮੈਂਟਲ ਡੀਗ੍ਰੇਡੇਸ਼ਨ ਤਾਂ ਇੱਕ ਇਹਦਾ ਪੱਖ ਹੈ ਹੀ ਆ। ਮੈਂ ਇਸ ਸਵਾਲ ਤੇ ਆਉਣਾ ਚਾਹ ਰਿਹਾ ਸੀ ਨਵਚੇਤਨ, ਕਿ ਜਿਹੜੇ ਇਹਦੇ ਫਾਇਦੇ ਨੇ ਜਿਨ੍ਹਾਂ ਨੂੰ ਮਿਲ ਰਹੇ ਨੇ ਉਹ ਤਾਂ ਸਾਹਮਣੇ ਆ ਰਿਹਾ, ਲੇਕਿਨ ਇਹਦੇ ਜਿਹੜੇ ਵਿਗਾੜ ਨੇ, ਕੀ ਵਿਗਾੜ ਨੇ ਇਹਦੇ, ਸਿਹਤ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ, ਵਾਤਾਵਰਨ ਨੂੰ ਲੈ ਕੇ, ਮਤਲਬ ਹਰ ਖੇਤਰ ਤੇ ਸ਼ਾਇਦ ਇਹਦੇ ਵਿਗਾੜ ਪਏ ਨੇ, ਉਹ ਕੀ ਨੇ? ਹਾਂ ਜਗਦੀਪ, ਬੜਾ ਅਹਿਮ ਆ ਤੁਹਾਡਾ ਸਵਾਲ। ਦੇਖੋ ਉਹਦੇ 'ਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਾ ਇਹ ਦੇਖਣਾ ਪਊਗਾ ਕਿ ਉਹ ਛੋਟਾ, ਥਿੰਕ ਆਫ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖੋ ਕਿ ਇੱਕ ਛੋਟਾ ਕਿਸਾਨ ਆ, ਉਹਦੇ ਤੱਕ ਇਹ ਸਬਸਿਡੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਪਹੁੰਚਦਾ। ਠੀਕ ਹੈ। ਪਰ ਉਹ ਕਿਸਾਨ ਜਿਹੜਾ ਵਾ ਉਹ ਕੰਜ਼ਿਊਮਰ ਵੀ ਆ। ਠੀਕ ਹੈ। ਉਹ ਜਿਹੜਾ ਇਹਦਾ ਮੁੱਲ ਕਿਤੇ ਨਾ ਕਿਤੇ ਧਾਰਦਾ ਵਾ, ਉਹਨੂੰ ਫਾਇਦਾ ਘੱਟ ਆ, ਪਰ ਉਹਨੂੰ ਪਹਿਲਾ ਨੁਕਸਾਨ ਤਾਂ ਇਹ ਆ ਕਿ ਉਹ ਬਿਜਲੀ ਦੇ ਵਧੇ ਹੋਏ ਬਿੱਲ ਧਾਰ ਰਿਹਾ ਐਜ਼ ਅ ਪ੍ਰਾਈਵੇਟ ਕੰਜ਼ਿਊਮਰ। ਕਿਉਂਕਿ ਬਿੱਲ ਤਾਂ ਸਿਰਫ ਖੇਤੀਬਾੜੀ ਤੁਹਾਡੀਆਂ ਮੋਟਰਾਂ ਦੇ ਹੀ ਮਾਫ ਨੇ ਨਾ, ਘਰ ਦੇ ਬਿੱਲ ਤਾਂ ਤੁਸੀਂ ਉਹਦਾ ਕਿਤੇ ਨਾ ਕਿਤੇ ਰੋਜ਼ਾਨਾ ਹਰ ਕੋਈ ਟੈਕਸ ਪੇਅਰ ਜਿਹੜਾ ਵਾ ਉਹ ਦੇ ਰਿਹਾ ਵਾ। ਦੂਸਰੀ ਚੀਜ਼ ਇਹ ਆ ਕਿ ਇਸ ਚੀਜ਼ ਨੇ ਨਾ, ਹੁਣ ਪੰਜਾਬ ਦਾ ਇਹ 12,300 ਕੁਝ ਕਰੋੜ ਦਾ ਅੰਕੜਾ ਤਾਂ ਜਿਹੜੀ ਐਕਚੁਅਲ ਇਸ ਸਾਲ ਦੀ ਆ, ਜਿਹੜਾ ਅਸਲ 'ਚ ਇਸ ਸਾਲ ਬਿਜਲੀ ਦੀ ਸਬਸਿਡੀ ਨੂੰ ਦਿੱਤਾ ਜਾਣਾ, ਪਿਛਲੇ ਟਾਈਮਸ ਆਫ ਇੰਡੀਆ ਦੀ ਰਿਪੋਰਟ ਸੀ ਕਿ 16,400 ਕਰੋੜ ਰੁਪਇਆ ਵਾ। ਉਹਦੇ 'ਚ 4-4.5 ਰੁਪਇਆ ਬਕਾਇਆ ਖੜਾ ਵਾ ਬਿਜਲੀ ਬੋਰਡ ਵੱਲੋਂ। ਤੁਸੀਂ ਔਰ ਉਹ ਬੰਦਾ ਇਸ ਕਰਕੇ ਵੀ, ਜਿਹੜਾ ਗਰੀਬ ਜਿਹੜਾ ਇੱਕ ਕਿਸਾਨ, ਉਹ ਇਸ ਕਰਕੇ ਵੀ ਪਿਸ ਰਿਹਾ ਵਾ ਕਿ ਉਹਦੀ ਦੇਖੋ, ਉਹਦੀ ਪ੍ਰਾਈਵੇਟ ਐਜੂਕੇਸ਼ਨ ਤੱਕ ਉਹਦੇ ਬੱਚਿਆਂ ਲਈ ਉਹਦੀ ਰਸਾਈ ਨਹੀਂ ਹੈਗੀ। ਠੀਕ ਹੈ। ਉਹਦੀ ਪ੍ਰਾਈਵੇਟ ਹੈਲਥ ਕੇਅਰ ਤੱਕ ਵੀ ਰਸਾਈ ਨਹੀਂ ਹੈਗੀ। ਉਹ ਫਿਰ ਉਹਦਾ ਮੁੱਲ ਇਸ ਤਰ੍ਹਾਂ ਤਾਰ ਰਿਹਾ ਕਿ ਉਹਦੇ ਬੱਚਿਆਂ ਨੂੰ ਪੜ੍ਹਾਉਣ ਲਈ ਤੁਹਾਡੇ ਕੋਲ ਕੀ, ਸਰਕਾਰ ਦੀ ਜਿਹੜੀ ਪੰਚ ਲਾਈਨ ਕੀ ਆ ਜਦੋਂ ਗੱਲ ਹੁੰਦੀ ਆ ਕਿ ਸਰਕਾਰੀ, ਪਿੱਛੇ ਜੇ
ਸਾਡੇ ਆਪਣੇ ਸ਼ਾਇਦ ਸਾਂਝੇ ਮਿੱਤਰ ਨੇ ਹਰਮੀਤ ਵਿਦਿਆਰਥੀ ਹੋਰੀ, ਉਹਨਾਂ ਨੇ ਇੱਕ ਬੜੀ ਲਾਈਕ ਪੰਜਾਬ ਦੇ ਜਿਹੜੇ ਕਾਲਜਸ ਨੇ ਉਹਨਾਂ ਤੇ ਇੱਕ ਬੜੀ ਘੋਖ ਕਰਕੇ ਇੱਕ ਰਿਪੋਰਟ ਲਿਖੀ, ਠੀਕ ਹੈ। ਤੇ ਸਰਕਾਰ ਕੀ ਕਹਿੰਦੀ ਜਦੋਂ ਉਹਨਾਂ ਨੂੰ ਪੁੱਛੀਦਾ, ਸਰਕਾਰ ਕਹਿੰਦੀ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ, ਸਾਡੇ ਕੋਲ। ਕਾਰਨ ਇਹ ਆ ਕਿ ਇਹ ਜਿਹੜਾ ਇੰਨਾ ਤੁਸੀਂ ਦੇਖੋ 16,400 ਕਰੋੜ ਇਹਦਾ ਰੋਜ਼ਾਨਾ ਪੰਜਾਬ ਇਸ ਤਰ੍ਹਾਂ ਅਦਾ ਕਰ ਰਿਹਾ ਕਿ ਇੰਨੇ ਪੈਸੇ ਨਾਲ ਨਾ ਜਗਦੀਪ, ਜੇ 50,000 ਯਕਮੁਸ਼ਤ ਮਹੀਨਾ ਤੇ ਤੁਸੀਂ ਕਿਸੇ ਨੂੰ ਇੰਪਲੋਏ ਕਰੋ ਤੇ 2.25 ਲੱਖ ਨੌਕਰੀਆਂ ਦੇ ਬਰਾਬਰ ਦੀ ਤਨਖਾਹ ਵਾਏ। ਠੀਕ ਹੈ। ਸੋ ਪੰਜਾਬ ਪ੍ਰੋਫੈਸਰ ਜਿਹੜੇ ਆ ਬਣ ਸਕਦੇ ਆ, I mean, not necessarily professor, teacher, doctor, ਠੀਕ ਹੈ। ਇਹਨੇ ਸ਼ੋਬੇ 'ਚ ਸਾਨੂੰ ਔਰ ਜਿੰਨਾ ਇਹਨਾਂ ਚੀਜ਼ਾਂ ਤੇ ਜਿਹੜਾ ਫੋਕਸ ਹੋਣਾ ਚਾਹੀਦਾ ਸਾਡਾ। ਪਰ ਬਦਕਿਸਮਤੀ ਇਹ ਆ ਕਿ ਕਿਉਂਕਿ ਇਹ ਇੱਕ ਐਸੀ ਮੇਰੇ ਇੱਕ ਮਿੱਤਰ ਹੱਸਦੇ ਹੁੰਦੇ ਕਿ ਕਹਿੰਦੇ ਤੈਨੂੰ ਪਤਾ ਕਿ ਇਹ ਪੰਜਾਬ ਦਾ ਜਿਹੜਾ ਉਜਾੜੂ ਪੁੱਤ ਆ ਮੁਫਤ ਬਿਜਲੀ, ਇਹ ਸਕੀਮ ਦਾ ਕੋਈ ਨਾਂ ਹੀ ਨਹੀਂ ਹੈਗਾ। ਇਹਦਾ ਸਿਰਫ ਇੱਕੋ ਹੀ ਨਾਮ ਆ, ਉਹ ਵਾ ਮੁਫਤ ਬਿਜਲੀ। ਇਹ ਸਕੀਮ ਦਾ ਹੋਰ ਕੋਈ ਨਾਂ ਨਹੀਂ ਹੈਗਾ। ਸੋ ਇਹ ਮੁੱਦੇ ਇਸ ਕਰਕੇ ਅਹਿਮ ਨੇ ਕਿ ਜੇ ਤੁਸੀਂ ਪੰਜਾਬ ਦੇ ਨਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਸ 'ਚ ਰਲ ਗੱਡ ਨੇ। ਜੇ ਤੁਸੀਂ ਪੰਜਾਬ ਬਜਟ ਦੇਖੋ, ਅਸੀਂ ਕਿੰਨਾ ਵੀ ਕਿਸੇ ਵੀ ਸਿਆਸੀ ਇਹਦੇ 'ਚ ਕੋਈ ਪਾਰਟੀਬਾਜ਼ੀ ਤੋਂ ਪਰੇ ਦੀ ਗੱਲ ਆ, ਕੋਈ ਵੀ ਖਜ਼ਾਨਾ ਮੰਤਰੀ ਆ ਜੇ ਅੱਜ ਦੀ ਤਰੀਕ 'ਚ, ਕੋਈ ਵੀ ਕਿੰਨਾ ਵੀ ਵੱਡਾ ਆਰਥਿਕ ਮਾਹਰ ਆ ਜੇ, ਤੁਹਾਡੇ ਕੋਲ ਜਦੋਂ ਤੁਹਾਡੇ ਖਜ਼ਾਨਾ ਜਿਹੜਾ ਵਾ, ਤੁਹਾਡੇ ਕੋਲ ਐਲਬੋ ਰੂਮ ਹੀ ਨਹੀਂ ਹੈਗਾ ਕਿ ਤੁਸੀਂ ਕਿੱਥੋਂ ਪੈਸੇ ਜੇ ਕਿਤੇ ਦੇਣੇ ਆ। ਇਹ ਮੈਂ ਵੈਰੀਫਾਈ ਨਹੀਂ ਕਰ ਸਕਿਆ ਫਿਗਰ, ਲਾਈਕ ਜਿਹੜਾ ਇਸ ਸਾਲ ਹਾਇਰ ਐਜੂਕੇਸ਼ਨ ਸਰਕਾਰੀ ਜਾਂ ਏਡਡ ਸਕੂਲਾਂ ਨੂੰ ਜਿਹੜੀ ਗ੍ਰਾਂਟ ਆ, ਉਹ ਸ਼ਾਇਦ ਕੁਝ ਕੁ 100 ਕਰੋੜ ਆ ਸਾਰੇ ਸਾਲ ਦੀ। ਔਰ ਤੁਸੀਂ ਜੇ ਇਸ ਨੂੰ ਕੰਪੇਅਰ ਕਰਦੇ ਜੇ ਕਿ ਜਿੱਥੇ ਪ੍ਰਾਇੋਰਟੀ ਹੋਣੀ ਚਾਹੀਦੀ ਆ ਪੰਜਾਬ ਦੀ, ਇਸ ਨੂੰ ਜਦੋਂ ਤੁਸੀਂ ਕੰਪੇਅਰ ਕਰਦੇ ਜੇ ਕਿ 16,400 ਕਰੋੜ ਰੁਪਈਆ ਸਰਕਾਰ ਇੱਥੇ ਖਰਚ ਦਿੰਦੀ ਆ, ਔਰ ਉਹ ਸਰਕਾਰ ਜਿਹਦੇ ਸਿਰ ਤੇ 2,30,000 ਕਰੋੜ ਦੇ ਲਾਗੇ ਬੰਨੇ ਦਾ ਕਰਜ਼ਾ, ਜਿਹਦਾ 23% ਸਰਕਾਰ ਦੇ ਰੈਵਨਿਊ ਦਾ ਸਿਰਫ ਉਹਦੀ ਵਿਆਜ ਦੀ ਕਿਸ਼ਤ ਦੇਣ 'ਚ ਨਿਕਲ ਜਾਂਦਾ। ਤੁਸੀਂ ਇਕਨੋਮਿਕ ਸਰਵੇ ਤੇ ਨਿਗਾਹ ਮਾਰੋ ਨਾ, ਉਹਦੇ 'ਚ ਬੜੀ ਕਲੀਅਰਲੀ ਲਿਖਿਆ ਹੋਇਆ ਕਿ 23% ਇਸ ਸਾਲ ਦਾ 22-23% ਜਿਹੜਾ ਵਾ ਉਹ ਇੰਟਰਸਟ ਪੇਮੈਂਟ 'ਚ ਨਿਕਲ ਜਾਂਦਾ। ਤੁਸੀਂ ਸੋਚੋ ਕਿ ਰੁਪਈਆ ਤੁਹਾਡੇ ਕੋਲ ਆ, ਚਵਾਨੀ ਇੱਥੇ ਨਿਕਲ ਗਈ। ਹੋਰ ਵੀ ਜਿਹੜੀਆਂ ਤੁਹਾਡੀਆਂ ਕਮਿਟਡ ਐਕਸਪੈਂਡੀਚਰ ਇੰਨੇ ਕੁ ਵੱਡੇ ਆ, ਤੁਹਾਡੇ ਕੋਲ ਕਿਸੇ ਲਈ ਨਾ ਤਾਂ ਤੁਹਾਡੇ ਕੋਲ ਰਿਸਰਚ 'ਚ ਪੈਸੇ ਆ ਦੇਣ ਲਈ, ਨਾ ਤੁਹਾਡੇ ਕੋਲ ਐਜੂਕੇਸ਼ਨ 'ਚ ਪੈਸੇ ਆ, ਨਾ ਤੁਹਾਡੇ ਕੋਲ ਮੈਡੀਕਲ ਐਜੂਕੇਸ਼ਨ 'ਚ ਪੈਸੇ। ਸੋ ਪੰਜਾਬ ਲਈ ਇੱਕ ਬੜੀ ਕਿਤੇ ਨਾ ਕਿਤੇ ਇਹ ਦੁੱਖ ਵਾਲੀ ਗੱਲ ਆ ਕਿ ਅਸੀਂ ਇਹਨਾਂ ਇੰਜ ਦੀ ਗੱਲ ਆ ਜਗਦੀਪ ਕਿ ਕੋਈ ਘਰ ਦਾ ਕੋਈ ਜੀ ਦੇਖੋ, ਘਰ ਨਹੀਂ ਚੱਲਦਾ ਜੇ ਅਸੀਂ ਆਪਣਾ ਹਿਸਾਬ ਕਿਤਾਬ ਸਹੀ ਨਾ ਰੱਖੀਏ। ਠੀਕ ਹੈ, ਆਪਾਂ ਸਾਰੇ ਘਰ ਚਲਾਉਂਦੇ ਹੀ ਆ ਨਾ, ਉਹਦੇ 'ਚ ਗਿਣੇ ਮਿਥੇ ਖਰਚੇ ਹੁੰਦੇ ਆ ਕਿ ਤੁਹਾਡੇ ਕੋਲ ਇੱਕ ਖਾਸ ਹੀ ਆ ਜਿਹੜਾ ਤੁਸੀਂ ਆਪਣੀ ਲਗਜ਼ਰੀ ਤੇ ਵਰਤ ਸਕਦੇ ਜੀ। ਠੀਕ ਹੈ। ਹਾਂ, ਤੇ ਪੰਜਾਬ ਦੀ ਹਾਲਾਤ ਇਹ ਆ ਕਿ ਅਸੀਂ ਆਪਣੇ ਨਿਆਣਿਆਂ ਦੇ ਕੋਲੋਂ ਕਿਤਾਬਾਂ ਖੋਹ ਕੇ, ਨਿਆਣਿਆਂ ਦੇ ਖਿਡੌਣੇ ਖੋਹ ਕੇ, ਤੇ ਅਸੀਂ ਉਹਦੇ ਰੋਜ਼ਾਨਾ ਜਿਹੜਾ ਵਾ ਲਾਈਕ ਅਸੀਂ ਇੱਕ ਲਗਜ਼ਰੀ ਜਿਹੜੀ ਪੰਜਾਬ ਅਫੋਰਡ ਹੀ ਨਹੀਂ ਕਰ ਸਕਦਾ, ਅਸੀਂ ਉਹਨੂੰ ਦੇ ਰਹੇ। ਸਾਡੀ ਜਿਹੜੀ ਮਾਨਸਿਕਤਾ ਕਿਤੇ ਨਾ ਕਿਤੇ ਸਰਕਾਰ ਮਾਈ ਬਾਪ, ਸਰਕਾਰ ਹੀ ਮਾਈ ਬਾਪ ਆ ਕਿ ਉਹ ਸਰਕਾਰ ਨੂੰ ਵੀ ਪੈਸੇ ਦੀ ਕੋਈ ਕਮੀ, ਆਮ ਜਿਹੜੀ ਇਹੀ ਹੈ ਨਾ ਕਿ ਇੱਕ ਆਮ ਬੰਦਾ ਏਦਾਂ ਹੀ ਸੋਚਦਾ ਨਾ, ਤੇ ਉਹ ਮਾਨਸਿਕਤਾ ਚੋਂ ਬਾਹਰ ਆਉਣ ਦੀ ਲੋੜ ਆ ਕਿ ਸਰਕਾਰ ਦੇ ਵੀ ਆਪਣੇ ਹੱਥ ਵੱਜੇ ਹੁੰਦੇ, ਉਹਦੇ ਕੋਲ ਵਾਕਿਆ ਜੇ ਕੁਛ ਨਹੀਂ ਹੈਗਾ। ਇਹ ਪੁੱਛਣਾ ਪਊਗਾ ਨਾ ਕਿ ਫਿਰ ਪੰਜਾਬ ਦੇ ਖਜ਼ਾਨੇ ਦੀਆਂ ਜਿਹੜੀਆਂ ਪ੍ਰਾਇੋਰਟੀਜ਼, ਲੀਹਾਂ, ਤਰਜੀਹਾਂ ਕੀ ਆ, ਤਰਜੀਹ ਕੀ ਹੋਣੀ ਚਾਹੀਦੀ ਆ। ਸੋ ਤਰਜੀਹ ਦੀ ਗੱਲ ਕਰਦੇ ਜਦੋਂ, ਤੇ ਫਿਰ ਇਹ ਜਿਹੜਾ ਸਬਸਿਡੀਆਂ ਦਾ ਸਿਸਟਮ ਹੈਗਾ, ਇਹ ਸਸਟੇਨੇਬਲ ਕਿਉਂ ਨਹੀਂ ਹੈਗਾ? ਜਗਦੀਪ, ਸਭ ਤੋਂ ਜਿਹੜੀ ਵੱਡੀ ਗੱਲ ਆ ਨਾ, ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਵੈਸੇ ਦੁਨੀਆ ਭਰ 'ਚ ਸਾਰਿਆਂ ਨੂੰ ਹਿੰਦੁਸਤਾਨ ਦੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਉਹ ਇੰਨਾ ਕੁ ਸ਼ਾਇਦ ਕਿਸੇ ਵਕਤ ਦੁਨੀਆ ਦਾ ਇੱਕ ਬਹੁਤ ਵੱਡਾ ਪਬਲਿਕ ਡਿਸਟ੍ਰੀਬਿਊਸ਼ਨ, ਤੁਸੀਂ ਸਮਝਦੇ, ਜਦੋਂ ਆਪਾਂ ਸਰਕਾਰੀ ਅਨਾਜ ਦੀ ਜਿਹੜੇ ਡਿਪੂ ਸੀ ਉਹਨਾਂ 'ਚ ਆਪਾਂ ਸਬਸਿਡਾਈਜ਼ ਰਾਸ਼ਨ ਮਿਲਦਾ ਹੁੰਦਾ ਸੀ। ਠੀਕ ਹੈ। ਅੱਛਾ, ਉਹਦੇ 'ਚ ਜਦੋਂ ਨਾ ਉਹਦੇ 'ਚ ਲੀਕੇਜ ਬਹੁਤ ਸੀ। ਠੀਕ ਹੈ। ਲੀਕੇਜ ਉਹਦੇ 'ਚ ਇਸ ਤਰ੍ਹਾਂ ਸੀ ਕਿ ਇਸੇ ਮੁਲਕ ਦੀ ਹਿਸਟਰੀ 'ਚ ਆ ਕਿ ਇੱਕ ਪ੍ਰਧਾਨ ਮੰਤਰੀ ਨੂੰ ਬਿਆਨ ਦੇਣਾ ਪਿਆ ਸਦਨ 'ਚ, ਲੋਕ ਸਭਾ 'ਚ, ਕਿ ਅਸੀਂ ਜਿਹੜਾ ਜੇ 100 ਰੁਪਇਆ ਭੇਜਦੇ ਹਾਂ ਤੇ ਉਹਦਾ ਇੱਕ ਛੋਟਾ ਜਿਹਾ ਹਿੱਸਾ ਹੀ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਕਿ ਕਿੰਨੇ ਸੀ, ਪਰ ਬਹੁਤ ਨਿਗੂਣਾ ਜਿਹਾ ਹਿੱਸਾ, ਸ਼ਾਇਦ 5 ਰੁਪਈਏ ਦੇ 5ਵੇਂ ਹਿੱਸੇ ਤੋਂ ਵੀ ਘੱਟ, ਉਹ ਆਮ ਲੋਕਾਂ ਤੱਕ ਪਹੁੰਚਦਾ। ਠੀਕ ਹੈ। ਜਿਹੜੀ ਨਾ ਸਰਕਾਰਾਂ ਕੋਲ, ਔਰ ਸਰਕਾਰਾਂ ਫਾਈਨੈਂਸ਼ੀਅਲੀ ਜਦੋਂ ਪ੍ਰੂਡੈਂਟ, ਔਰ ਇਹ ਦੁਨੀਆ ਭਰ ਦਾ ਫਨੋਮਨਾ, ਇਹ ਕੋਈ ਇਹ ਨਹੀਂ ਆ ਕਿ ਇਹ ਸਿਰਫ ਪੰਜਾਬ ਤੇ ਲਾਗੂ ਹੁੰਦੀ ਆ, ਉਹ ਇਹ ਹੈਗਾ ਕਿ ਤੁਸੀਂ
ਟਾਰਗੇਟ ਕਰੋ ਕਿ ਜਿਹੜੇ ਵਾਕਈ ਜਿਹੜੇ ਲੋੜਵੰਦ ਨੇ, ਜਿਹੜੇ ਗਰੀਬ ਨੇ, ਜਿਨ੍ਹਾਂ ਨੂੰ ਵਾਕਈ ਸਬਸਿਡੀ ਦੀ ਲੋੜ, ਉਹ ਸਬਸਿਡੀ ਉਹਨਾਂ ਤੱਕ ਪਹੁੰਚੇ। ਇੱਕ ਮੈਂ ਤੁਹਾਨੂੰ ਨਾ ਜਗਦੀਪ ਦੱਸਦਾ ਕਿ ਜਿਹੜੇ ਵੱਡੇ ਕਿਸਾਨ ਨੇ ਹੁਣ ਇਸ ਪੰਜਾਬ 'ਚ, ਇਹ ਤਾਂ ਨਹੀਂ ਆ ਕਿ ਲਾਈਕ ਸਭ ਛੋਟੇ ਕਿਸਾਨ ਆ। ਔਰ ਇਹ ਚੀਜ਼ਾਂ ਨੂੰ ਇੱਕ ਸੌਰੀ ਮੈਨੂੰ ਗੱਲ ਮਤੇ ਭੁੱਲ ਜੇ ਦੁਬਾਰਾ ਕਰਨੀ, ਉਹ ਇਹ ਸੀ ਕਿ ਇੱਕ ਛੋਟਾ ਕਿਸਾਨ ਨਾ, ਜਿਹੜੀਆਂ ਇੱਥੇ ਸਟੱਡੀਜ਼ ਹੈਗੀਆਂ ਨੇ ਸਰਦਾਰ ਸ਼ੇਰਗਿੱਲ ਹੋਰਾਂ ਦਾ, ਪ੍ਰੋਫੈਸਰ ਐਮੈਰੀਟਸ ਨੇ ਪੰਜਾਬ ਯੂਨੀਵਰਸਿਟੀ ਦੇ, ਉਹਨਾਂ ਦਾ ਇੱਕ ਆਰਟੀਕਲ ਆ ਕਿ ਜਿਹੜੀ ਆ ਪੰਜਾਬ 'ਚ ਕਿ ਜਿਹੜੀ ਕੰਟਰੈਕਟਿੰਗ ਆ, ਰੈਂਟਿੰਗ ਆਊਟ ਯੂਅਰ ਲੈਂਡ, ਕਿ ਠੇਕਾ ਜਿਹੜਾ ਆਪਾਂ ਜ਼ਮੀਨ ਠੇਕੇ ਤੇ ਦੇਣ ਦੀ। ਔਰ ਉਹ ਇੱਕ ਗੱਲ, ਹਾਲਾਂਕਿ ਉਹ 2002 ਦੇ ਅੰਕੜੇ ਨੂੰ ਲੈ ਕੇ ਗੱਲ ਕਰ ਰਿਹਾ, ਉਹ ਇਹ ਕਹਿ ਰਿਹਾ ਕਿ ਜਿਹੜਾ ਛੋਟਾ ਕਿਸਾਨ ਆ ਉਹ ਤਾਂ ਵੈਸੇ ਹੀ ਫਲਸ਼ ਆਊਟ ਹੋ ਗਿਆ ਮਾਰਕੀਟ 'ਚੋਂ, ਕਿਉਂਕਿ ਉਹ ਉਹਨੂੰ ਇਹ ਲੱਗਦਾ ਕਿ ਜੇ ਮੈਂ 2 ਕਿੱਲੇ ਤੋਂ, ਕੋਈ 2 ਕਿੱਲਿਆਂ ਤੇ ਥੋੜਾ ਬੈਠਾ ਰਹੂਗਾ ਉਹਨੇ ਪਰਿਵਾਰ, ਲਾਈਕ ਉਹ ਮੂਵਡ ਆਊਟ, ਕਿਤੇ ਹੋਰ ਕੋਈ ਨੌਕਰੀ ਲੱਭ ਲਈ, ਠੀਕ ਹੈ। ਤੇ ਉਹ ਜਿਹੜੀ, ਜੇ ਤੁਸੀਂ ਉਹ ਸਾਲ ਐਲੀਮੈਂਟ ਨੂੰ ਕੱਢ ਲਓ ਤਾਂ ਜਿਹੜੇ ਬੈਨੀਫਿਸ਼ਰੀ ਆ ਨਾ, ਉਹਨਾਂ ਦੀ ਮਿਕਦਾਰ ਕਿਤੇ ਹੋਰ ਘੱਟ। ਅਸਲ ਜਿਹੜੀ ਆ ਜਗਦੀਪ, ਜੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਵੱਡੇ ਜ਼ਿਮੀਂਦਾਰ ਆ, ਠੀਕ ਹੈ, 25 ਕਿੱਲਿਆਂ ਤੋਂ ਵੱਧ ਵਾਲੇ ਤੇ ਦਰਮਿਆਨੇ 15 ਕਿੱਲਿਆਂ ਤੋਂ ਉੱਪਰ ਵਾਲੇ, ਇਹ 2 ਕੈਟੇਗਰੀਆਂ ਜਿਹੜੀਆਂ ਵਾ, ਇਹ 60% ਦੀ ਜਿਹੜੀ ਸਬਸਿਡੀ ਇਹਨਾਂ ਤੱਕ ਪਹੁੰਚਦੀ ਆ। ਤੀਜੀ ਕੈਟੇਗਰੀ ਇੱਕ ਹੋਰ ਆ, ਜਿਹੜੇ ਅਸਲ 'ਚ ਬਹੁਤ ਸਮਾਲ ਤੇ ਮਾਰਜਨਲ ਜਿਹੜੇ ਨੇ ਉਹਨਾਂ ਤੱਕ ਤਾਂ। ਔਰ ਉਹ ਵੀ ਇਹ ਅੰਕੜੇ ਇਸ ਕਰਕੇ ਬਹੁਤੇ ਜਿਹੜੇ ਆ ਨਾ, ਜਿਹੜੇ ਸਰਕਾਰ ਦੇ ਅੰਕੜੇ ਆ, ਇਹ ਵੀ ਕ੍ਰਿਡ ਦੀ ਰਿਪੋਰਟ, ਸਾਰੀਆਂ ਜਿੰਨੀਆਂ ਵੀ ਰਿਪੋਰਟਸ ਨੇ ਨਾ, ਡਾਕਟਰ ਘੁੰਮਣ ਵਾਲੀ ਮੈਂ ਗੱਲ ਕਰ ਰਿਹਾ, ਉਹਨਾਂ ਦੀ ਕਿਤਾਬ ਦੀ, ਜਾਂ ਕ੍ਰਿਡ ਦੀ ਰਿਪੋਰਟ ਆ, ਜਾਂ ਜਿਹੜੀ ਪਹਿਲੀ ਸਟੱਡੀ ਦੀ ਗੱਲ ਕੀਤੀ ਸੀ, ਇਹ ਸਾਰੀਆਂ 20% ਦੇ ਲਾਗੇ ਗੱਲ ਕਰ ਰਹੀਆਂ। ਮੈਨੂੰ ਲੱਗਦਾ ਕਿ ਇਹ 20% ਵੀ, ਕਿਉਂਕਿ ਅਜੇ ਤੱਕ ਅਸੀਂ ਇਹ ਮਿਥ ਕੇ ਬੈਠੇ ਹਾਂ ਕਿ ਜਿਹੜਾ ਪੰਜਾਬ ਦਾ ਜਿਹਦੇ ਨਾਂ ਤੇ ਮਲਕੀਅਤ ਆ ਜ਼ਮੀਨ ਦੀ, ਉਹੀ ਵਾਹੀ ਕਰ ਰਿਹਾ। ਸੱਚ ਇਹ ਨਹੀਂ ਆ। ਜਿਹੜਾ ਬਹੁਤ ਛੋਟਾ ਕਿਸਾਨ ਆ, ਉਹ ਮਾਰਕੀਟ 'ਚ ਉਹਨੇ ਠੇਕੇ ਤੇ ਦਿੱਤੀ ਹੋਈ ਆ, ਉਹ ਹੋ ਸਕਦਾ ਕੋਈ ਠੇਕੇ ਤੇ ਲੈ ਕੇ ਬਾਹਰ, ਫਾਇਦਾ ਜਿਹੜਾ ਵਾ ਉਹ ਮਾਲਕ ਨੂੰ ਮਿਲ ਰਿਹਾ ਇਹਨਾਂ ਸਬਸਿਡੀਆਂ ਦਾ। ਸੋ ਇਹ ਸਬਸਿਡੀਆਂ, ਇਹ ਸਸਟੇਨੇਬਲ, ਇਹ ਤਾਂ ਭੁੱਲ ਜਾਓ। ਔਰ ਜੇ ਤੁਸੀਂ ਇਹਦਾ ਇੰਪੈਕਟ ਵੇਖੋ ਕਿ ਵਾਤਾਵਰਨ ਤੇ ਕੀ ਆ, ਕਿਸੇ ਦਿਨ ਨੂੰ ਜਿਹੜੇ ਹਾਲਾਤ ਨੇ ਪੰਜਾਬ ਦੇ ਗਰਾਊਂਡ ਵਾਟਰ ਰਿਸੋਰਸਿਸ ਦੇ, ਠੀਕ ਹੈ, 80% ਸਾਡੇ ਜਿਹੜੇ ਬਲੈਕ ਜ਼ੋਨ ਨੇ, ਜਿਹੜੇ ਪੰਜਾਬ ਦੇ ਜਿਹੜੇ ਆ ਵਾਟਰ ਬਲੌਕਸ, ਔਰ ਤੁਸੀਂ ਕਿਸੇ ਦਿਨ ਫਿਰ ਉਹੀ ਗੱਲ ਕਿ ਜਿਹੜਾ ਪੰਜਾਬ ਆ, ਉਹ ਆਪ ਜਿਹੜਾ ਵਾ ਉਹ ਪੰਜਾਬ ਦੇ ਨਾਂ 'ਚ ਹੀ ਰਹੇਗਾ। ਸੋ ਇਹ ਭੂਮੀ ਕਰਕੇ ਪੰਜਾਬ ਸੀ, ਪਾਣੀਆਂ ਦੇ ਪੰਜਾਬ ਕਰਕੇ, 5 ਆਪ ਪਾਣੀਆਂ ਕਰਕੇ ਸੀ, ਉਹ ਪਾਣੀ ਨਹੀਂ ਰਹੇਗਾ ਤੇ ਉਹ 5 ਜਿਹੜੇ ਆ 5 ਵੀ ਨਹੀਂ ਰਹੇ ਤੇ ਆਪ ਵੀ ਨਹੀਂ ਰਹਿਣਾ, ਤੇ ਉਹ ਵੱਲ ਬਣਨ ਲਈ ਜਾ ਰਹੇ। ਤੁਸੀਂ ਕਿਹਾ ਵੀ 80% ਜਿਹੜੀ ਘੇਰੇ ਆ ਪਾਣੀ ਦੇ, ਜਿੱਥੇ ਪਾਣੀ ਦੀਆਂ ਪਰਤਾਂ ਨੇ ਉਹ ਕਾਲੀਆਂ ਹੋ ਚੁੱਕੀਆਂ ਨੇ, ਉਹ ਸੁੱਕ ਚੁੱਕੀਆਂ ਨੇ ਇੱਕ ਤਰ੍ਹਾਂ। ਬੜਾ ਇਹ ਸੁਣ ਕੇ ਹੀ ਜਿਹੜਾ ਖਤਰਨਾਕ ਡਰ ਲੱਗਦਾ, ਖਾਸ ਕਰਕੇ ਉਸ ਧਰਤੀ ਤੇ ਜਿੱਥੇ ਕਿਸੇ ਗੁਰੂਆਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ। ਸੋ ਇਹ ਆਪਣੇ ਆਪ 'ਚ ਸੋਚਣ ਵਾਲੀ ਗੱਲ ਆ, ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਹੈ ਕਿ ਉਹਦਾ 80% ਹਿੱਸਾ ਜਿਹੜਾ ਕਾਲਾ ਹੋ ਗਿਆ। ਇੱਕ ਤਰ੍ਹਾਂ ਉਹਦਾ ਇੱਕ ਨਿਸ਼ਾਨੀ ਆ, ਪਾਣੀ ਨਾ ਹੋਣ ਦੀ ਨਿਸ਼ਾਨੀ, ਕਾਲਾ ਜ਼ੋਨ ਉਹਨੂੰ ਕਿਹਾ ਜਾਂਦਾ, ਕਾਲਾ ਘੇਰੇ 'ਚ ਆ ਜਾਣਾ ਕਿਹਾ ਜਾਂਦਾ। ਸੋ ਇਹ ਜਿਹੜੀ ਆਪਾਂ ਅੱਜ ਕੱਲ ਗੱਲ ਕਰ ਰਹੇ ਹਾਂ, ਬੜੀ ਚਰਚਾ 'ਚ ਇਹ ਸਬਸਿਡੀ ਤੇ ਚੱਲ ਰਹੀ ਹੈ 97 ਤੋਂ, ਇਹ ਅੱਜ ਕੱਲ ਚਰਚਾ 'ਚ ਕਿਉਂ ਆਈ ਹੋਈ ਆ? ਇਹ ਉਹਦੇ ਨਾ ਜਗਦੀਪ ਕਈ ਕਾਰਨ ਨੇ। ਜਿਹੜਾ ਬਹੁਤ ਵੱਡਾ ਕਾਰਨ ਅੱਜ ਕੱਲ ਚਰਚਾ 'ਚ, ਉਹਦਾ ਕਾਰਨ ਹੈ ਕਿ ਇੱਕ ਸੈਂਟਰ ਨੇ ਨੋਟੀਫਿਕੇਸ਼ਨ ਲਿਆਂਦਾ, ਉਹਨਾਂ ਨੇ ਉਹਦਾ ਜਿਹੜਾ ਮੋਟਾ ਜਿਹਾ ਸਾਰਾਂਸ਼ ਇਹ ਆ ਕਿ ਜਦੋਂ ਸਬਸਿਡੀਆਂ ਸਰਕਾਰ ਦਿੰਦੀਆਂ, ਠੀਕ ਆ, ਉਹ ਆਪਣੇ ਜਿਹੜੇ ਉਹਨਾਂ ਦੇ ਬਿਜਲੀ ਬੋਰਡ ਨੇ, ਉਹ ਉਹਨਾਂ ਨੂੰ ਇੱਕ ਘਰ ਦੇ ਜੋਗੀ ਵਾਂਗ ਹੀ ਟਰੀਟ ਕਰਦੀਆਂ, ਜਿਹਨੂੰ ਜੋਗੜਾ ਸੱਦਦੇ ਸਾਰੇ, ਠੀਕ ਹੈ। ਤੇ ਉਹ ਜਦੋਂ ਤੁਸੀਂ ਫਿਰ ਉਹਨਾਂ ਨਾਲ ਇੱਕ ਕਮਿਟਮੈਂਟ ਹੋਣਾ ਤੇ ਇਹ ਚਾਹੀਦਾ ਕਿ ਜੇ ਸਰਕਾਰ ਨੇ ਕਿਹਾ ਦੇਣੀ ਤੇ ਬਿਜਲੀ ਬੋਰਡ ਨੂੰ ਪੈਸੇ ਦਿੱਤੇ ਜਾਣ। ਬਿਜਲੀ ਬੋਰਡ ਆਪਣੇ ਕੰਮਕਾਜ ਚਲਾਉਣ ਲਈ ਉਹ ਮਹਿੰਗੇ ਭਾਅ ਦੇ ਲੋਨ ਲੈ ਰਿਹਾ ਵਾ, ਜਿਹਦਾ ਫਿਰ ਅਸਰ ਕੰਜ਼ਿਊਮਰ ਤੇ ਪੈਣਾ, ਠੀਕ ਹੈ। ਉਹ ਕਮਿਟਮੈਂਟਸ ਪੂਰੀਆਂ ਨਹੀਂ, ਕਮਿਟਮੈਂਟਸ ਪੂਰੀਆਂ ਦੀ ਅੱਗੇ ਗੱਲ ਕੀਤੀ ਸੀ ਕਿ ਕੋਈ 4-4.5 ਰੁਪਈਆ ਪਿਛਲੇ ਸਾਲ ਦਾ ਦੇਣ ਵਾਲਾ ਪਿਆ ਵਾ, ਠੀਕ ਹੈ। ਉਹ ਫਿਰ ਕਿਤੇ ਨਾ ਕਿਤੇ ਉਹ ਬੋਰਡ ਜਿਹੜੇ ਜਾ ਕੇ ਗੁਹਾਰ ਲਾਉਂਦੇ ਆ ਸੈਂਟਰ ਗਵਰਨਮੈਂਟ ਨੂੰ ਕਿ ਸਾਨੂੰ ਜਿਹੜੀ ਆ ਇਸ ਮਾਲੀ ਜਿਹੜੀ ਇਹ 'ਚੋਂ ਕੱਢੋ। ਸੋ ਸੈਂਟਰ ਨੇ ਇਹ ਨੋਟੀਫਿਕੇਸ਼ਨ ਲਿਆਂਦਾ ਕਿ ਇਹ ਜਿਹੜੀਆਂ ਸਬਸਿਡੀਆਂ ਵਾ, ਤੁਸੀਂ ਜੇ ਦੇਣੀਆਂ ਹੀ ਆ ਜੀ ਸਦਕੇ ਦੋ, ਪਰ ਇਹ ਬਿਜਲੀ ਬੋਰਡ ਨੂੰ ਪੈਸੇ ਦੇਣ ਦੀ ਬਜਾਏ ਤੁਸੀਂ ਸਿੱਧੇ ਫਾਰਮਰ ਦੇ ਖਾਤੇ 'ਚ ਪਾਓ। ਫਾਰਮਰ ਪੇ ਕਰ ਦੇਵੇ, ਫਾਰਮਰ ਆਪਣਾ ਬਿਜਲੀ ਦਾ ਬਿੱਲ ਦੇ ਦੇਵੇ,
ਜਿੰਨੇ ਉਹਦੇ ਬਿੱਲ ਬਣੇ ਆ ਸਰਕਾਰ ਉਹਨੂੰ ਉਹਦੇ ਖਾਤੇ 'ਚ ਪਾ ਦੇਵੇ। ਜਿੱਦਾਂ ਆਪਾਂ ਅੱਜ ਕੱਲ੍ਹ ਸਿਲੰਡਰਾਂ ਦੇ ਉੱਤੇ 200-300 ਰੁਪਏ ਜਿਹੜੇ ਆ ਉਹ ਖਾਤੇ 'ਚ ਆ ਜਾਂਦੇ, ਆਪਾਂ ਪੂਰੇ ਪੈਸੇ ਨਾਲ ਸਿਲੰਡਰ ਖਰੀਦਦੇ ਆ ਤੇ ਉਹ ਜਿਹੜੇ ਘੱਟ ਪੈਸੇ ਦੇਣੇ ਹੁੰਦੇ ਉਹਨੇ ਖਾਤੇ ਦੇ ਵਿੱਚ ਆ ਜਾਂਦੇ ਆ। ਬਿਲਕੁਲ। ਤੇ ਹੁਣ ਉਹਦੇ ਨਾਲ ਇਸ ਮਾਡਲ ਨਾਲ ਜਿਹੜੀ ਦਿੱਕਤ ਆ, ਉਹ ਦਿੱਕਤ ਇਹ ਆ ਕਿ ਸਰਕਾਰਾਂ ਕੱਲ ਨੂੰ ਉਹਨਾਂ ਲਈ ਹੱਥ ਪਿੱਛੇ ਖਿੱਚਣਾ ਉਹ ਇੱਕ ਕਿਸਮ ਦਾ ਆਸਾਨ ਨਹੀਂ, ਕਿਉਂਕਿ ਇੰਸਟੀਟਿਊਸ਼ਨ ਨਾਲ ਕ੍ਰੀਏਟ ਕਰਨਾ ਕਿ ਬਿਜਲੀ ਬੋਰਡ ਉਹਦਾ ਕੋਈ ਵਾਲੀ ਵਾਰਸ ਥੋੜਾ ਵਾ ਬਿਜਲੀ ਬੋਰਡ ਦਾ, ਪਰ ਜੇ ਉਹਨੂੰ ਤੁਸੀਂ ਨਾ ਪੈਸੇ ਦਿਓ, ਕਿਤੇ ਨਾ ਕਿਤੇ ਕੋਈ 2-4 ਸਾਲੀ ਰੀਸਟਰਕਚਰਿੰਗ ਦੀ ਗੱਲ ਤੁਰੂਗੀ, ਤੁਸੀਂ ਕੋਈ ਨਾ ਕੋਈ ਢੰਗ ਤਰੀਕਾ ਲੱਭ ਲਓਗੇ ਉਹਨੂੰ ਮਾਫ ਕਰਨ ਦਾ। ਜਿਹੜੇ ਕਿਸਾਨਾਂ ਦੇ ਆ, ਹੁਣ ਜੇ ਕਿਸੇ ਕਿਸਾਨ ਨੂੰ ਨਹੀਂ ਮਿਲਦੇ ਪੈਸੇ ਤਾਂ ਉਹ ਫਿਰ ਇਕੱਲੇ ਦੀ ਲੜਾਈ ਉਹ ਕੀ ਕਰੇਗਾ, ਠੀਕ ਹੈ ਨਾ। ਤੇ ਔਰ ਇਹਦੇ 'ਚ ਜਿਹੜੀ ਨਾ ਸਭ ਤੋਂ ਜਿਹੜੀ ਵੱਡੀ ਗੱਲ ਉਹ ਇਹ ਆ ਕਿ ਚਾਹੁੰਦੇ ਤਾਂ ਇਸ ਸਾਲ ਦੇ ਉਹਦੇ 'ਚ ਬਿਆਨ ਵੀ ਸੀ ਖਜ਼ਾਨਾ ਮੰਤਰੀ ਹੋਰਾਂ ਦਾ ਵੀ ਅਸੀਂ ਕਿੰਨਾ ਵੀ ਕਰ ਲਈਏ ਇੱਕ ਡਾਇਨਾਮਾਈਟ ਵਰਗਾ ਵਾ, ਇਹਦੀ ਰੈਜ਼ੋਨੈਂਸ ਜਿਹੜੀ ਆ ਇਹਦੇ ਔਰ ਉਹਦੇ ਕਿਤੇ ਨਾ ਕਿਤੇ ਕਾਰਨ ਸਾਰੇ ਇਹ ਨਹੀਂ ਕਿ ਹੱਕੀ ਕਾਰਨ ਹੀ ਆ, ਉਹਦੇ ਕਾਰਨ ਕਿਤੇ ਨਾ ਕਿਤੇ ਇਹ ਆ ਕਿ ਜਿਹੜੀ ਪੰਜਾਬ ਦੀ ਸਿਆਸਤ ਦੇ ਜਿਹੜੀ ਸਿਖਰਲੀ ਲੀਡਰਸ਼ਿਪ ਆ, ਉਹ ਸਾਰੀ ਦੀ ਸਾਰੀ ਉਸ ਵਰਗ ਦੀ ਨੁਮਾਇੰਦਗੀ ਕਰਦੀ ਆ ਜਿਹੜਾ ਇੱਕ ਵੱਡੀ ਕਿਸਾਨੀ ਨਾਲ ਸੰਬੰਧ ਰੱਖਦਾ, ਠੀਕ ਹੈ। ਇਹ ਕਿਤੇ ਇਹਦੇ 'ਚ ਨਾ ਤੁਸੀਂ ਆਪਣੇ ਇੱਕ ਕਬੀਲੇ ਦੇ ਜਿਹੜੇ ਹਿੱਤ ਆ ਉਹ ਵੀ ਪਾਲ ਰਹੇ ਜੀ। ਕਬੀਲੇ ਤੋਂ ਮੇਰੀ ਮੁਰਾਦ ਸਿਰਫ ਇਹ ਆ ਕਿ ਜਿਹੜੇ ਮੈਂ ਜਮਾਤੀ ਤੌਰ ਤੇ ਗੱਲ ਕਰ ਕਿ ਜਿਹੜੇ ਤੁਸੀਂ ਵਰਗ ਨੂੰ ਤੁਸੀਂ ਸੰਬੰਧ ਰੱਖਦੇ ਜੇ, ਤੁਸੀਂ ਉਹਦੇ ਹਿੱਤ ਪਾਲ ਰਹੇ ਜੇ, ਔਰ ਤੁਸੀਂ ਕਦੇ ਵੀ ਨਹੀਂ ਇਹ ਚਾਹੋਗੇ ਕਿ ਉਹਨੂੰ ਜਿਹੜੀ ਆ ਉਹ ਦਿੱਕਤ ਇਹ ਹੈ ਜਗਦੀਪ ਕਿ ਇਹ ਰਿਸੋਰਸ ਜਿਹੜੇ ਆ ਇਹ ਸਾਂਝੇ ਆ। ਇਹ ਰਿਸੋਰਸਿਸ ਇੱਥੇ ਪਾਣੀ ਸਿਰਫ ਬੰਦਿਆਂ ਦਾ ਹੀ ਹੱਕ ਨਹੀਂ, ਇਹ ਨਹੀਂ ਕਿ ਸਿਰਫ ਸਾਰੇ ਦਾ ਸਾਰਾ ਪਾਣੀ ਖੇਤੀ ਲਈ ਨਹੀਂ ਆ, ਠੀਕ ਹੈ। ਇਹਦੇ ਤੇ ਪਸ਼ੂਆਂ ਦਾ, ਜੀਵ ਜੰਤੂਆਂ ਦਾ, ਰੁੱਖਾਂ ਦਾ, ਠੀਕ ਹੈ, ਸਾਡੀ ਮਿੱਟੀ ਦਾ, ਉਹਨਾਂ ਦਾ ਇੱਕ ਬਰਾਬਰ ਦਾ ਹੱਕ ਆ। ਔਰ ਅੱਜ ਕੱਲ੍ਹ ਤਾਂ ਜਿਹੜੀ ਡਿਵੈਲਪਮੈਂਟ ਦੇ ਨਵੇਂ ਸਸਟੇਨੇਬਲ ਡਿਵੈਲਪਮੈਂਟ ਦਾ ਮਾਡਲ ਇਹ ਕਹਿੰਦਾ ਕਿ ਉਹ ਸਿਰਫ ਗੱਲ ਕਰਦੇ ਬਰਾਬਰੀ ਸਿਰਫ ਤੁਹਾਡੀ ਇਸੇ ਜਨਰੇਸ਼ਨ ਦੀ ਬਰਾਬਰੀ ਨਹੀਂ ਕਿ ਇਸ ਜਨਰੇਸ਼ਨ 'ਚ ਜਿਹੜੇ ਲੋਕ ਨੇ ਉਹਨਾਂ 'ਚ ਜਿਹੜੀ ਆ ਵੀ ਬਰਾਬਰੀ ਹੋਵੇ। ਉਹ ਬਰਾਬਰੀ ਦੀ ਗੱਲ ਕਰਦੇ ਕਿ ਇੰਟਰਜਨਰੇਸ਼ਨਲ ਇਕੁਇਟੀ ਕਿ ਆਉਣ ਵਾਲੀਆਂ ਨਸਲਾਂ ਲਈ ਤੁਸੀਂ ਕਿੱਦਾਂ ਦਾ ਆਬੋ ਹਵਾ ਛੱਡ ਕੇ ਜਾਣਾ। I mean, very sorry state and very sorry to say ਕਿ ਅਸੀਂ ਕੋਈ ਪੰਜਾਬ ਜਾਂ ਹੋਰ ਵੀ ਹਰਿਆਣਾ ਵੀ ਲਗਭਗ ਇਸੇ ਕੈਟਾਗਰੀ 'ਚ ਆਉਂਦਾ, ਅਸੀਂ ਆਉਣ ਵਾਲੀਆਂ ਨਸਲਾਂ ਲਈ ਉਹੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਆਬ ਆ ਉਹ ਸ਼ਾਇਦ ਪੰਜਾਬ ਦੇ ਨਾਂ 'ਚ ਹੀ ਮਿਲਿਆ ਕਰੂਗਾ ਜੀ। ਕਿਉਂਕਿ ਜਦੋਂ ਅਸੀਂ ਜਾਇਦਾਦ ਦੀ ਗੱਲ ਕਰਦੇ ਉਦੋਂ ਅਸੀਂ ਉਹਨੂੰ ਜੋੜਦੇ ਰਹਿੰਦੇ ਹਾਂ ਵੀ ਅੱਜ 5 ਕਿੱਲੇ ਤੋਂ ਸ਼ੁਰੂ ਹੋਇਆ ਤੇ 10 ਹੋ ਜਾਣਗੇ, 15 ਹੋ ਜਾਣਗੇ, ਕੱਲ ਨੂੰ ਮੇਰੇ ਪੁੱਤਰ ਨੂੰ ਜਿਹੜੇ ਆ 20-25 ਛੱਡ ਕੇ ਜਾਣੇ ਆ। ਅਸੀਂ ਪਾਣੀ ਇਸ ਤਰ੍ਹਾਂ ਨਹੀਂ ਗਿਣ ਰਹੇ ਹੈਗੇ, ਅਸੀਂ ਕੁਦਰਤੀ ਸਹੂਲਤਾਂ ਜਿਹੜੀਆਂ ਸਾਨੂੰ ਕੁਦਰਤ ਨੇ ਮੁਫਤ 'ਚ ਦਿੱਤੀਆਂ ਅਸੀਂ ਉਹਨਾਂ ਨੂੰ ਨਹੀਂ ਗਿਣ ਰਹੇ ਵੀ ਅਸੀਂ ਇੰਨੇ ਗੈਲਨ ਪਾਣੀ ਜਿਹੜਾ ਆ ਅਸੀਂ ਬਰਬਾਦ ਕਰਕੇ ਚੱਲ ਜਾਣਾ ਤੇ ਉਹ ਸ਼ਾਇਦ ਸਾਡੀ ਅਗਲੀ ਪੀੜ੍ਹੀ ਦੇ ਕੰਮ ਆ ਜਾਣਾ ਸੀ, ਜਾਂ ਇੰਨੀ ਹਵਾ ਅਸੀਂ ਗੰਦੀ ਕਰਕੇ ਚਲੀ ਜਾਣੀ ਆ, ਇੰਨੀ ਮਿੱਟੀ ਅਸੀਂ ਖਰਾਬ ਕਰਕੇ ਚਲੀ ਜਾਣੀ ਆ। ਅਸੀਂ ਉਹਨੂੰ ਗਿਣ ਨਹੀਂ ਰਹੇ ਹੈਗੇ ਵੀ ਉਹ ਨਹੀਂ ਅਸੀਂ ਘਟਾ ਰਹੇ ਹਾਂ ਆਪਣੀ ਜਾਇਦਾਦ ਜਿਹੜੀ ਅਗਲੀਆਂ ਪੀੜ੍ਹੀਆਂ ਦੇ ਵਿੱਚੋਂ। ਬਿਲਕੁਲ। ਔਰ ਜਗਦੀਪ ਤੁਹਾਨੂੰ ਹੈਰਾਨੀ ਹੋਏਗੀ ਕਿ 1 ਕਿਲੋ ਚੌਲ ਪੈਦਾ ਕਰਨ ਦੀ ਪੰਜਾਬ, ਬਾਕੀ ਸਾਰਾ ਕੁਝ ਛੱਡ ਦਿਓ, 5300 ਲੀਟਰ ਪਾਣੀ ਪੰਜਾਬ ਵਰਤਦਾ। 5000 ਤੋਂ ਡੈਫੀਨਿਟਲੀ 5000 ਤੋਂ 5300 ਰਫ ਜੀ ਫਿਗਰ ਮੈਂ ਤੁਹਾਨੂੰ ਦੱਸ ਰਿਹਾ। ਸਰਦਾਰ ਘੁੰਮਣ ਹੋਰਾਂ ਦੀ ਜਿਹੜੀ ਕਿਤਾਬ ਸੀ ਉਹ 'ਚ ਔਰ ਬੜੀ ਪੜ੍ਹਨ ਵਾਲੀ ਕਿਤਾਬ ਆ ਜੇ ਕੋਈ ਇਸ ਵਿਸ਼ੇ ਤੇ ਹੋਵੇ, ਕੈਂਬਰਿਜ ਵਾਲਿਆਂ ਛਾਪੀ, very well researched and very very clearly written book। ਔਰ ਉਹ ਗੱਲ ਕਰਦੇ ਆ ਕਿ ਪੰਜਾਬ ਨੇ ਕਿੰਨਾ ਜਿਹੜਾ ਐਕਸਪੋਰਟ ਕਰਤਾ ਪਾਣੀ ਬਾਕੀ ਦੇ ਹਿੰਦੁਸਤਾਨ ਨੂੰ, ਠੀਕ ਹੈ। ਕਿਤੇ ਨਾ ਜਗਦੀਪ ਨਿਸ਼ਾਨਦੇਹੀ ਜਿਹੜੀ ਉਹ ਬੜੀ ਜ਼ਰੂਰੀ ਆ। ਹਾਲਾਂਕਿ ਮੈਂ ਇਹ ਗੱਲ ਤੁਹਾਡੀ ਸਹੀ ਹੈ, ਪਰ ਇਹਦੇ ਬਾਰੇ ਜਿਹੜੀ ਚਰਚਾ ਆ ਉਹ ਸਿਰਫ ਵਿਦਵਾਨਾਂ ਤੱਕ ਹੀ ਸੀਮਿਤ ਆ। ਇੰਨੀ ਚੁੱਪੀ ਕਿਉਂ ਆ? ਚੋਣਾਂ ਦੀ ਗੱਲ ਬੜੀ ਚੱਲ ਪਈ ਆ 2 ਸਾਲ ਪਹਿਲਾਂ ਹੀ ਲੋਕਡਾਊਨ ਦੇ ਵਿੱਚ। ਲੋਕ ਅੱਜ ਜ਼ਿੰਦਗੀ ਜੀਣ ਦੇ ਲਈ ਜੂਝ ਰਹੇ ਆ, ਲੇਕਿਨ ਜਿਨ੍ਹਾਂ ਸਫਾਂ 'ਚ ਗੱਲ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਹੋਣੀ ਚਾਹੀਦੀ ਉੱਥੇ ਚੋਣਾਂ ਦੀ ਗੱਲ ਚੱਲ ਰਹੀ ਆ, ਤੇ ਜਿੱਥੇ ਇਹ ਸਬਸਿਡੀਆਂ ਦੀ ਗੱਲ ਜਿਹੜੀ ਆ ਉਹ ਸਿਰਫ ਜਿਹੜੀ ਆ ਅਕਾਦਮਿਕ ਪੱਧਰ ਤੇ ਜਾਂ ਕਹਿ ਲਓ ਵੀ ਆਮ ਪੱਧਰ ਤੇ ਚੱਲ ਰਹੀ ਆ, ਜਿੱਥੇ ਹੋਣੀ ਚਾਹੀਦੀ ਉੱਥੇ ਬੜੀ ਚੁੱਪੀ ਆ। ਉਹਦੇ ਕਾਰਨ ਦੇਖੋ ਸਾਡਾ ਡਿਸਕਨੈਕਟ ਕਿਉਂ ਆ? ਅਸੀਂ ਕਿਉਂ ਕਹਿੰਦੇ ਆ ਪੰਜਾਬੀ ਕਿ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਸਾਡੀ ਨੁਮਾਇੰਦਗੀ ਨਹੀਂ ਕਰਦੀ? ਉਹ ਜਦੋਂ ਆਉਂਦੇ ਆ
ਔਰ ਇਹ ਵਧੀਆ ਗੱਲ ਕਿ ਆਪਾਂ ਇਹ ਪ੍ਰੋਗਰਾਮ ਉਦੋਂ ਕਰ ਰਹੇ ਜਦੋਂ ਚੋਣਾਂ ਦਾ ਜਿਹੜਾ ਬਾਜ਼ਾਰ ਗਰਮ ਨਹੀਂ ਤੇ ਹਰ ਚੀਜ਼ ਨੂੰ ਸਿਆਸੀ ਰੰਗਤ ਦਿੱਤੀ ਜਾਂਦੀ ਨਾ। ਜੀ ਬਿਲਕੁਲ ਤੇ ਬਿਲਕੁਲ। ਇਹਦਾ ਕਾਰਨ ਤੁਹਾਨੂੰ ਸਮਝ ਆਏਗਾ ਕਿ ਕਿਤੇ ਨਾ ਪੰਜਾਬ ਆਪਣੇ ਸਿਆਣਿਆਂ ਦੀ ਗੱਲ ਨਾ ਸੁਣਨ ਦਾ ਜਿਹੜਾ ਮੁੱਲ ਵੀ ਤਾਰ ਰਿਹਾ ਵਾ। ਠੀਕ ਹੈ। ਡਾਕਟਰ ਜੌਹਲ ਹੋਰਾਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਡਾਕਟਰ ਸਾਹਿਬ ਤੁਸੀਂ ਆਂਦੇ ਜੇ ਝੋਨਾ ਬੀਜਣਾ ਛੱਡ ਦਿਓ, ਅਸੀਂ ਕੀ ਬੀਜੀਏ? ਤੇ ਡਾਕਟਰ ਸਾਹਿਬ ਆਂਦੇ ਵੀ ਜਦੋਂ ਪਾਣੀ ਨਾ ਰਿਹਾ ਜਿਹੜੀ ਚੀਜ਼ ਉਦੋਂ ਬੀਜੋਗੇ ਉਹ ਅੱਜ ਬੀਜ ਲਓ। ਠੀਕ ਹੈ। ਚੀਜ਼ਾਂ ਜਿਸ ਪਾਸੇ ਨੂੰ ਜਾ ਰਹੀਆਂ, ਪੰਜਾਬ ਦੀ ਸਿਆਸੀ ਲੀਡਰਸ਼ਿਪ, ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ, ਤੁਸੀਂ ਬੜੇ ਉਹਦੇ ਚ ਵੀ, ਮੈਂ ਇਹ ਨਹੀਂ ਕਹਿੰਦਾ ਹਰ ਵੇਲੇ ਕੋਸੀ ਜਾਣਾ ਲੀਡਰਸ਼ਿਪ ਨੂੰ, ਜਿਹੜਾ ਵਾ ਉਹ ਚੰਗੀ ਗੱਲ ਨਹੀਂ, ਉਹਦੇ ਚ ਵੀ ਕੁਝ ਬੰਦੇ ਹੋਣਗੇ ਜਿਨ੍ਹਾਂ ਨੂੰ ਪੰਜਾਬ ਦਾ ਦਰੇਗ ਹੋਊਗਾ, ਪਰ ਬਾਵਜੂਦ ਇਹਦੇ ਕੁਝ ਨਾ ਕਰਨ ਦੀ ਜਿਹੜੀ ਇਹਨੂੰ ਕੀ ਕਹੋਗੇ ਜੇ ਲਾਚਾਰੀ, ਕਿ ਤੁਸੀਂ ਕੁਝ ਚੀਜ਼ਾਂ ਤੁਹਾਨੂੰ ਦੇਖ ਰਹੀਆਂ ਕਿ ਤੁਸੀਂ ਹੱਥੀਂ ਮੋਹਰਾ ਖਾ ਰਹੇ ਜੀ, ਕਿ ਇਹ ਤੁਸੀਂ ਜ਼ਹਿਰ ਜਿਹੜੀ ਆ ਉਹ ਤੁਹਾਡੇ ਲਈ ਚੰਗੀ ਆ, ਨਾ ਤੁਹਾਡੀ ਸਟੇਟ ਲਈ ਚੰਗੀ, ਨਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਚੰਗੀ ਆ, ਪਰ ਅਸੀਂ ਉਹਦੇ ਬਾਰੇ ਇਹਨੂੰ ਅਵੇਸਲਾਪਾਨੀ ਤਾਂ ਅਸੀਂ ਕੀ ਕਵਾਂਗੇ? ਸੋ ਇਹ ਜਿਹੜੀ ਆ ਕੁਝ ਸਵਾਲ ਨੇ ਜਿਹੜੇ ਮੇਰੇ ਖਿਆਲ ਚ ਹਰ ਇੱਕ ਲਈ ਅਸੀਂ ਛੱਡ ਕੇ ਜਾਵਾਂਗੇ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ। ਇਹ ਮੇਰੇ ਖਿਆਲ ਚ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਇੱਕ ਚਰਚਾ ਦੇ ਵਿੱਚ ਸੰਭਵ ਨਹੀਂ ਹੁੰਦੇ। ਕੁਝ ਜਿਹੜੀ ਸਪੇਸ ਆ ਉਹ ਸੋਚਣ ਦੇ ਲਈ ਅਸੀਂ ਦਰਸ਼ਕਾਂ ਲਈ ਵੀ ਛੱਡ ਕੇ ਜਾਵਾਂਗੇ। ਤੇ ਸਵਾਲ ਬੜੇ ਗੰਭੀਰ ਤੁਸੀਂ ਚੱਕੇ ਨੇ ਵੀ ਕਿਹਦਾ ਕੌਣ ਪੰਜਾਬ ਦੇ ਲਈ ਸੋਚ ਰਿਹਾ ਤੇ ਕਿਹੜਾ ਸੋਚ ਰਹੇ ਹੋਏ ਵੀ ਨਹੀਂ ਸੋਚ ਰਿਹਾ। ਸੋ ਇਹ ਅੱਜ ਦੀ ਇਸ ਚਰਚਾ ਦਾ ਤੁਸੀਂ ਅੰਤ ਕਿਹੜੀਆਂ ਦੋ ਸਤਰਾਂ ਦੇ ਨਾਲ ਜਿਹੜੀਆਂ ਕਰਨਾ ਚਾਹੋਗੇ? ਪਹਿਲੀ ਗੱਲ ਤੇ ਮੈਂ ਇਹ ਕਹਿ ਰਿਹਾ ਕਹਾਂਗਾ ਕਿ ਜਗਦੀਪ, ਜਿਹੜੀਆਂ ਨਾ ਤੁਸੀਂ ਦੇਖੋ ਕਿ ਜਿਹੜੀਆਂ ਦਿੱਕਤਾਂ ਨੇ ਪੰਜਾਬ ਦੀਆਂ, ਪੰਜਾਬ ਨਾ ਕਿਤੇ ਇੱਕ ਹੱਥੀਂ ਸੇੜੀ ਜਿਹੜਾ ਕੁਪ੍ਰਬੰਧ ਆ, ਮਿਸਮੈਨੇਜਮੈਂਟ ਆ। ਠੀਕ ਹੈ। ਕੁਝ ਹੋਣਗੀਆਂ ਹੋਰ ਵੀ ਦਿੱਕਤਾਂ, ਵਿੱਚ ਗੱਲ ਉੱਠਦੀ ਆ ਪੰਜਾਬ ਨਾਲ ਵਿਤਕਰੇ ਦੀ, ਇੰਡਸਟਰੀਅਲ ਡਿਵੈਲਪਮੈਂਟ ਕਿਉਂ ਨਹੀਂ ਆ, ਪਰ ਜੋ ਰਿਸੋਰਸਿਸ ਹਨ ਉਹਨਾਂ ਦੇ ਹਿਸਾਬ ਨਾਲ ਪੰਜਾਬ ਇੱਕ ਗ੍ਰੋਸਲੀ ਮਿਸਮੈਨੇਜ ਸਟੇਟ ਆ ਹਰ ਪੱਖ ਤੋਂ। ਔਰ ਇਹ ਬੈਠ ਕੇ ਦੇਖਣ ਦੀ ਗੱਲ ਆ ਕਿ ਤੁਹਾਨੂੰ ਤੰਦਾਂ ਜੁੜਦੀਆਂ ਮਹਿਸੂਸ ਹੋਣਗੀਆਂ ਕਿ ਸਰਕਾਰ ਅੱਜ ਕਹਿੰਦੀ ਆ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ। ਤੁਹਾਡੇ ਬੱਚਿਆਂ 'ਚ ਹੁਣ ਜਗਦੀਪ ਹਾਇਰ ਐਜੂਕੇਸ਼ਨ 'ਚ ਤੁਸੀਂ ਦੇਖ ਲਓ, ਕੋਈ ਕਾਲਜ ਚੁੱਕ ਕੇ ਦੇਖ ਲਓ, ਠੀਕ ਹੈ, 85% ਦੀ ਤੋਂ ਵੱਧ ਜਿਹੜੀਆਂ ਪੋਸਟਾਂ ਵਾ ਉਹ ਗੈਸਟ ਲੈਕਚਰਾਰਾਂ ਨਾਲ ਭਰੀਆਂ ਪਈਆਂ ਵਾ। ਜਿਹੜੀ ਸਾਨੂੰ ਨਾ ਕਿਤੇ ਇਹ ਸੋਚਣਾ ਪਊਗਾ ਕਿ ਅਸੀਂ ਜਿਹੜੇ ਹੱਲ 21ਵੀਂ ਸਦੀ 'ਚ ਤਲਾਸ਼ ਰਹੇ ਹਾਂ, ਏਦਾਂ ਦੀ ਗੱਲ ਆ ਕਿ ਜੇ ਅਸੀਂ ਕਹੀਏ ਕਿ ਅਸੀਂ ਫਾਰਮੂਲਾ 1 ਰੇਸ ਦੌੜਨੀ ਆ ਤੇ ਸਾਡੇ ਕੋਲ ਅਸੀਂ ਬਲਦਾਂ ਦੀ ਜੋੜੀ ਨਾਲ ਦੌੜਾਂਗੇ, ਗੱਡੇ ਤੇ ਆ। ਬਿਲਕੁਲ ਸਹੀ ਗੱਲ ਹੈ। ਅਸੀਂ ਗੱਡੇ ਤੇ ਆ। ਔਰ ਦੁੱਖ ਦੀ ਗੱਲ ਇਹ ਆ ਕਿ ਜਦੋਂ ਉਸ ਤੋਂ ਗੱਡੇ ਤੋਂ ਗਾਂਹ ਦੀ ਗੱਲ ਹੁੰਦੀ ਹੈ ਤੇ ਉਹ ਵੀ ਗੱਲ ਜਿਹੜੀ ਆ ਉਹ ਵੱਧ ਤੋਂ ਵੱਧ ਘੋੜੇ ਤੱਕ ਜਾਣ ਦੀ ਸੀਮਤ ਹੋ ਜਾਂਦੀ ਹੈ। ਉਹ ਨਹੀਂ ਹੈ ਕਿ ਸਾਡੇ ਕੋਲ ਨਾ ਜਿਹੜੀਆਂ ਸਾਡੀਆਂ ਇਹ ਦੇਖਣ ਦੀ ਗੱਲ ਹੈ ਕਿ ਸਾਡੀ ਇਹ ਕਾਲਜ ਅਖੀਰਕਾਰ ਜਿਹੜੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਆ। ਉਹ ਕੰਟਰੀਬਿਊਸ਼ਨ, ਮੈਂ ਕਈ ਵਾਰ ਹੈਰਾਨ ਹੁੰਨਾ ਕਿ IIT ਜਿਹੜੇ ਵੱਡੇ ਅਦਾਰੇ ਨੇ ਉਹਨਾਂ 'ਚ ਮੈਂ ਪਿੱਛੇ ਕਿਤੇ ਪੜ੍ਹ ਰਿਹਾ ਸੀ ਕਿ ਮਾਈਕਰੋ ਲੈਵਲ ਸੋਲਿਊਸ਼ਨਸ, ਉਹ ਜਿਹੜੀਆਂ ਵਿਹਾਰਕ ਕਿਸਮ ਦੀਆਂ ਸਮੱਸਿਆਵਾਂ ਨੇ ਕਿ ਇੱਕ ਮਾਈਕਰੋ ਲੈਵਲ ਤੁਸੀਂ ਇੱਕ ਕਮਰੇ 'ਚ ਕੋਲਡ ਸਟੋਰ ਕਿੱਦਾਂ ਬਣਾਉਣਾ। ਠੀਕ ਹੈ। ਜਦੋਂ ਤੁਹਾਡੀ ਹਾਇਰ ਐਜੂਕੇਸ਼ਨ, ਤੁਹਾਡਾ ਜਿਹੜਾ ਢਾਂਚਾ ਵਾ ਉਹ ਦਰੁਸਤ ਨਹੀਂ ਆ, ਉਹਦੇ 'ਚੋਂ ਫਿਰ ਤੁਹਾਨੂੰ ਹੱਲ ਵੀ ਨਹੀਂ ਨਿਕਲਣਗੇ। ਠੀਕ ਹੈ। ਤੁਸੀਂ ਤਾਂ ਜਾਣਦੇ ਹੋ, ਤੁਸੀਂ ਵੱਡੇ ਕੈਂਪਸ 'ਚ ਤੁਸੀਂ ਵਿਚਰੇ ਹੋ ਕਿ ਜਿਹੜੇ ਪੀਅਰ ਗਰੁੱਪਸ ਨੇ ਉਹ ਕਿੱਡੀ ਅਹਿਮੀਅਤ ਰੱਖਦੇ ਨੇ ਕਿ ਜਦੋਂ ਆਪਾਂ ਕਿਸੇ ਚੀਜ਼ ਦੇ ਹੱਲਾਂ ਦੀ ਤਲਾਸ਼ ਦੀ ਗੱਲ ਕਰਦੇ ਆ। ਤੇ ਜਗਦੀਪ, ਫਿਰ ਉਹ ਤੁਹਾਨੂੰ ਇਹ ਵੀ ਸਮਝ ਆ ਜਾਏਗਾ ਕਿ ਇੱਕ ਜਿਹੜਾ ਸੂਝਵਾਨ ਤਬਕਾ ਘਰ ਛੱਡਣ ਨੂੰ ਕਿਹਦਾ ਜੀ ਕਰਦਾ। ਠੀਕ ਆ। ਉਹ ਫਿਰ ਉਪਰਾਮ ਹੋ ਕੇ ਉਹ ਜਿਹੜੀ ਬਾਹਰ ਵੱਲ ਦੀ ਮੁਹਾਰਨੀ ਜਿਹੜੀ ਆ, ਬਾਹਰ ਵਾਲਾ ਜਿਹੜਾ ਜਹਾਜ਼ ਆ, ਉਹਦੀ ਟਿਕਟ ਕਿਉਂ ਕਟਾ ਲੈਂਦੇ ਆ। ਠੀਕ ਹੈ। ਤੁਹਾਡੇ ਧੀਆਂ ਪੁੱਤਾਂ ਕੋਲ ਤੁਹਾਡੇ ਕੋਲ ਸਕੂਲ ਨਹੀਂ ਹੈਗੇ, ਤੁਹਾਡੇ ਕੋਲ ਡਾਕਟਰ ਨਹੀਂ ਹੈਗੇ, ਔਰ ਉਹਦੇ ਬਾਵਜੂਦ ਤੁਸੀਂ ਇੱਕ ਬੜੀ ਵੱਡੀ ਲਗਜ਼ਰੀ ਸਹੇੜੀ ਹੋਈ ਹੈ ਜੇ ਤੁਸੀਂ ਬਾਹਰ ਨਹੀਂ ਆਉਣਾ ਚਾਹੁੰਦੇ। ਸਰ, ਪੰਜਾਬ ਨੂੰ ਜਿਹੜੀਆਂ ਆਪਣੀਆਂ ਨੀਹਾਂ ਤਰਜੀਹਾਂ ਜਿਹੜੀਆਂ ਇਹਨਾਂ ਤੇ ਪੁਨਰ ਵਿਚਾਰ ਕਰਨੀ ਪਊਗੀ। ਜਿਹੜੀ ਚੁੱਪ ਦਾ ਜਿਹੜਾ ਆਲਮ ਆ ਜਗਦੀਪ, ਉਹ
ਬੜਾ ਗਹਿਰਾ ਵਾ, ਉਦਾਸ ਕਰ ਦੇਣ ਵਾਲਾ ਵਾ। ਠੀਕ ਹੈ, ਮੈਨੂੰ ਸ਼ਾਇਰ ਦਾ ਨਾਂ ਤਾਂ ਨਹੀਂ ਯਾਦ, ਉਹ ਕਹਿੰਦਾ ਕਿ ਇਹ गुनाहगारों की बस्ती इसलिए खामोश है, बेद खुल जाने के डर से बोलता कोई नहीं, सियासत इस मुल्क को ले चली है उस तरफ जिस तरफ से लौटने का रास्ता कोई नहीं। बस यही मेरी आखिरी सत्र होंगी ਅੱਜ ਦੇ ਪ੍ਰੋਗਰਾਮ ਦੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਖੂਬਸੂਰਤ ਤੇ ਸੋਚਣ ਵਾਲੀਆਂ ਸਤਰਾਂ ਦੇ ਨਾਲ ਤੁਸੀਂ ਅੰਤ ਕੀਤਾ ਪੂਰੀ ਚਰਚਾ ਹੀ। ਮੈਂ ਲਗਾਤਾਰ ਸੋਚ ਰਿਹਾ ਸੀਗਾ ਵੀ ਸਾਡੇ ਕੋਲ ਕਿੰਨੇ ਸਵਾਲ ਆ ਗਏ ਹੈ ਤੇ ਅਸੀਂ ਹਰ ਸਵਾਲ ਦੇ ਉੱਤੇ ਅਗਲੀਆਂ ਕਿੰਨੀਆਂ ਸਾਰੀਆਂ ਚਰਚਾਵਾਂ ਜਿਹੜੀਆਂ ਉਹ ਕਰ ਸਕਦੇ ਹਾਂ। ਇੱਕ ਚਰਚਾ ਜਿਹੜੀ ਹੈ ਉਹ ਕਈ ਨਵੀਆਂ ਚਰਚਾਵਾਂ ਦਾ ਰਾਹ ਵੀ ਖੋਲਦੀ ਹੈ, ਚਿੰਤਾਵਾਂ ਦਾ ਰਾਹ ਵੀ ਖੋਲਦੀ ਹੈ ਤੇ ਸਵਾਲਾਂ ਦਾ ਰਾਹ ਵੀ ਖੋਲਦੀ ਹੈ। ਤੇ ਜਿਹੜੀ ਤੁਸੀਂ ਅੰਤਮ ਜਿਹੜੀ ਗੱਲ ਕੀਤੀ ਹੈ ਵੀ ਉਹ ਵੱਡਾ ਮਸਲਾ ਜਿਹੜਾ ਹੁਣ ਸਾਨੂੰ ਇੱਕ ਵਿਜ਼ਨ ਦੀ ਲੋੜ ਹੈ, ਜਿਹੜੀ ਗੱਡੇ ਤੋਂ ਘੋੜੇ ਤੋਂ ਸਾਨੂੰ ਕਿਤੇ ਅਗਾਂਹ ਰਾਕਟ ਵੱਲ ਜਾਂ ਕੀ ਕਹਿੰਦੇ ਸੈਟੇਲਾਈਟ ਦੇ ਪੱਧਰ ਤੱਕ ਜਿਹੜੀ ਸਾਨੂੰ ਲੈ ਕੇ ਜਾ ਸਕੇ, ਕਿਉਂਕਿ ਅਗਲਾ ਜਿਹੜਾ ਜ਼ਮਾਨਾ ਹੈ ਉਹ ਚੱਲਣਾ ਹੀ ਸੈਟੇਲਾਈਟ ਦੇ ਨਾਲ ਹੈ, ਡਿਜੀਟਲ ਏਜ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਨਵਚੇਤਨ, ਤੁਸੀਂ ਬਹੁਤ ਸਮਾਂ ਕੱਢਿਆ। ਇਹ ਚਰਚਾ ਆਪਣੇ ਬੜੀ ਦਿਨਾਂ ਤੋਂ ਪੈਂਡਿੰਗ ਸੀ, ਇਹ ਅੱਜ ਆਖਰ ਹੋ ਗਈ ਹੈ ਤੇ ਅਗਲੀ ਚਰਚਾ ਆਪਾਂ ਬਹੁਤ ਜਲਦੀ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜਗਦੀਪ, ਮਿਹਰਬਾਨੀ ਜੀ।